ਤਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕੀਤਾ ਜਾਂਦਾ ਜੀ ਐਮਏ ਐਗਜ਼ਾਮ ਸਟੱਡੀ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ। ਤਾਂ ਹਾਂਜੀ ਦੋਸਤੋ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜਰਨਲ ਇੰਗਲਿਸ਼ ਦਾ ਸੈਂਪਲ ਪੇਪਰ ਵਿਦ ਸੋਲਿਊਸ਼ਨ ਲੈ ਕੇ ਆ ਚੁੱਕੇ ਹਾਂ। ਪੂਰਾ ਸੋਲਿਊਸ਼ਨ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ, ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਦੇਖਣਾ। ਤੇ ਜੇਕਰ ਤੁਸੀਂ ਵੀ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਬੈਲ ਆਈਕਨ ਨੂੰ ਆਲ 'ਤੇ ਪ੍ਰੈਸ ਜ਼ਰੂਰ ਕਰ ਲੈਣਾ। ਤੇ ਜੇਕਰ ਤੁਸੀਂ ਵੀ PDF ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰ ਲੈਣਾ, ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ। ਤਾਂ ਚਲੋ ਵੀਡੀਓ ਨੂੰ ਕਰਦੇ ਹਾਂ ਸ਼ੁਰੂ। ਸਾਰਿਆਂ ਤੋਂ ਪਹਿਲਾਂ ਪਾਰਟ ਏ ਦੇ ਵਿੱਚ ਆ ਜਾਂਦਾ ਆਪਣਾ ਰੀਡਿੰਗ ਕੰਪਰੀਹੈਂਸ਼ਨ 16 ਅੰਕਾਂ ਦਾ ਜਿਹੜਾ ਆਪਾਂ ਨੂੰ ਇਹ ਆਏਗਾ। ਸਾਰਿਆਂ ਤੋਂ ਪਹਿਲਾਂ ਦੋ ਕੰਪਰੀਹੈਂਸ਼ਨ ਆਉਣਗੇ ਆਪਾਂ ਨੂੰ 16 ਅੰਕਾਂ ਦੇ। ਜਿਹੜਾ ਫਸਟ ਹੋਏਗਾ ਉਹ 10 ਅੰਕਾਂ ਦਾ ਅਤੇ ਉਸ ਤੋਂ ਬਾਅਦ ਦੂਜਾ ਹੋਊਗਾ ਜਿਹੜਾ ਆਪਣਾ ਉਹ ਹੋਏਗਾ 6 ਅੰਕਾਂ ਦਾ। ਤਾਂ ਸਾਰਿਆਂ ਤੋਂ ਫਸਟ ਹੈਗਾ ਆਪਣਾ, ਉਸ ਦੇ ਵਿੱਚ ਆਪਣਾ ਪਹਿਲਾ ਪ੍ਰਸ਼ਨ ਹੈਗਾ ਚੂਜ਼ ਵਨ ਆਫ ਦਾ ਕਰੈਕਟ ਵਰਡ ਵਿਚ ਇਜ਼ ਕਲੋਜ਼ਰ ਟੂ ਦਾ ਸਬਜੈਕਟ ਮੈਟਰ ਆਫ ਦਾ ਪੈਸੇਜ। ਇਸ ਦਾ ਆਨਸਰ ਆ ਜਾਂਦਾ ਆਪਣਾ ਆਪਸ਼ਨ ਨੰਬਰ ਬੀ ਓਰਨੀਥੋਲੋਜਿਸਟ। ਇਹ ਜਿਹੜਾ ਆਪਾਂ ਨੇ ਵਿੱਚੋਂ ਹੀ ਇਸ ਦੇ ਲੱਭਣਾ ਸੀ ਵੀ ਰਾਈਟ ਕਿਹੜਾ ਹੈਗਾ। ਉਸ ਤੋਂ ਬਾਅਦ ਆ ਜਾਂਦਾ ਸੈਕਿੰਡ ਚੂਜ਼ ਵਨ ਆਫ ਦਾ ਟਰਮਸ ਵਿਚ ਆਰ ਯੂਜ਼ਡ ਬਾਈ ਸੇਲਰ ਆਫ ਦਾ ਨੇਵੀ ਐਂਡ ਨੇਵਲ ਸ਼ਿਪਸ ਦਾ ਆਥਰ ਹੈਜ਼ ਯੂਜ਼ਡ ਇਨ ਦਾ ਪੈਸੇਜ। ਇਸ ਦਾ ਜਿਹੜਾ ਆਪਣਾ ਆਨਸਰ ਆਉਂਦਾ ਆਪਸ਼ਨ ਨੰਬਰ ਬੀ ਕੰਪਾਸ। ਥਰਡ ਹੈਗਾ ਆਪਣਾ ਚੂਜ਼ ਦਾ ਕਰੈਕਟ ਸਟੇਟਮੈਂਟ। ਆਨਸਰ ਇਸ ਦਾ ਹੈਗਾ ਆਪਸ਼ਨ ਨੰਬਰ ਬੀ ਵੀ ਕੈਨ ਸੇ ਫੋਰ ਸ਼ੋਰ ਦਾ ਡੈਟ ਬਰਡਸ ਕਮ ਬੈਕ ਹੋਮ ਆਫਟਰ ਆ ਲੌਂਗ ਫਾਈਟ। ਉਸ ਤੋਂ ਬਾਅਦ ਡੀ ਆ ਜਾਂਦਾ ਨੈਚੁਰੈਲਿਟੀ ਮਾਈਲ ਇਜ਼ ਡੈਸ਼। ਉਸ ਤੋਂ ਅੱਗੇ ਆਨਸਰ ਹੈਗਾ ਇਸ ਦਾ ਆਪਸ਼ਨ ਨੰਬਰ ਡੀ ਡਿਸਟੈਂਸ ਕਵਰਡ ਬਾਏ ਬਰਡ। ਉਸ ਤੋਂ ਅੱਗੇ ਆ ਜਾਂਦਾ ਹੈ ਈ ਪ੍ਰਸ਼ਨ ਵਾਟ ਇਜ਼ ਦਾ ਹਾਈਟ ਆਫ ਦਾ ਲਾਰਜੈਸਟ ਬਰਡ। ਇਸ ਦਾ ਆਨਸਰ ਹੈਗਾ ਆਪਸ਼ਨ ਨੰਬਰ ਏ 9 ਫੀਟ। ਐਫ ਪ੍ਰਸ਼ਨ ਹੈਗਾ ਆਪਣਾ ਚੂਜ਼ ਦਾ ਕਰੈਕਟ ਸਟੇਟਮੈਂਟ। ਆਨਸਰ ਹੈਗਾ ਇਸ ਦਾ ਆਪਸ਼ਨ ਨੰਬਰ ਸੀ ਬਰਡਸ ਹੈਵ ਆ ਕਾਈਂਡ ਆਫ ਕੰਪਾਸ ਇਨ ਦੇਅਰ ਬ੍ਰੇਨ। ਉਸ ਤੋਂ ਅੱਗੇ ਜੀ ਪ੍ਰਸ਼ਨ ਹੈਗਾ ਸਟੇਟਸ ਦਾ ਕੁਐਰੀ ਡੈਟ ਹੈਜ਼ ਬੀਨ ਰੇਜ਼ਡ ਐਟ ਦਾ ਓਪਨਿੰਗ ਆਫ ਸੈਕਿੰਡ ਪੈਰਾਗ੍ਰਾਫ ਇਨ ਦਿਸ ਪੈਸੇਜ। ਇਸ ਦਾ ਜਿਹੜਾ ਆਨਸਰ ਆਪਾਂ ਨੂੰ ਨਹੀਂ ਲੱਭਿਆ, ਜੇਕਰ ਲੱਭੇਗਾ ਤਾਂ ਟੈਲੀਗ੍ਰਾਮ ਚੈਨਲ 'ਤੇ ਜਿਹੜਾ ਅਪਲੋਡ ਕਰ ਦਿੱਤਾ ਜਾਏਗਾ। ਉਸ ਤੋਂ ਬਾਅਦ ਆ ਜਾਂਦਾ ਆਪਣਾ ਪੈਸੇਜ ਬੀ 6 ਅੰਕਾਂ ਵਾਲਾ। ਪਹਿਲਾ ਪ੍ਰਸ਼ਨ ਹੈਗਾ ਵੇਅਰ ਇਜ਼ ਦਾ ਮੈਸਿਵ ਫੋਰਟ ਆਫ ਜੋਧਪੁਰ ਸਿਟੂਏਟਡ। ਆਨਸਰ ਹੈਗਾ ਦਾ ਮੈਸਿਵ ਫੋਰਟ ਆਫ ਜੋਧਪੁਰ ਲੁਕਡ ਡਾਊਨ ਫਰੋਮ ਦਾ ਹਿੱਲ ਐਟ ਦਾ ਨਿਊ ਸਿਟੀ ਵਿਚ ਹੈਜ਼ ਸਪਰਾਉਲਡ ਆਊਟ ਅਰਾਊਂਡ ਦਾ ਓਲਡ ਵਨ। ਅੱਗੇ ਹੈਗਾ ਦੂਜਾ ਪ੍ਰਸ਼ਨ ਰਾਈਟ ਨੇਮ ਆਫ ਦਾ ਐਨੀਮਲ ਡਿਸਕ੍ਰਾਈਬ ਇਨ ਦਾ ਪੈਸੇਜ। ਆਨਸਰ ਹੈਗਾ ਕੈਮਲ ਐਂਡ ਸਨੇਕ। ਥਰਡ ਹੈਗਾ ਦਾ ਫੋਰਟ ਆਫ ਜੋਧਪੁਰ ਵਾਜ਼। ਆਨਸਰ ਹੈਗਾ ਆਪਸ਼ਨ ਨੰਬਰ ਬੀ ਮੈਸਿਵ। ਉਸ ਤੋਂ ਅੱਗੇ ਆਉਂਦਾ ਚੌਥਾ ਪ੍ਰਸ਼ਨ ਵਿਚ ਆਈਜ਼ ਆਫ ਦਾ ਸਮਰ ਓਪਨ ਫੋਰ ਆ ਲੌਂਗ ਲੁੱਕ। ਆਨਸਰ ਹੈਗਾ ਇਸ ਦਾ ਆਪਸ਼ਨ ਨੰਬਰ ਸੀ ਫ੍ਰੀਸ਼ੀਅਸ। ਉਸ ਤੋਂ ਅੱਗੇ ਆਉਂਦਾ ਈ ਦੇ ਵਿੱਚ ਮੈਚ ਦਾ ਵਰਡ ਅੰਡਰ ਕਾਲਮ ਏ ਐਂਡ ਦੇਅਰ ਮੀਨਿੰਗ ਗਿਵ ਅੰਡਰ ਬੀ। ਏ ਕਾਲਮ ਦੇ ਵਿੱਚ ਹੈਗੇ ਨੇ ਆਪਣੇ ਮੈਸਿਵ ਅਤੇ ਇਨਕਲੋਜ਼ਡ। ਮੈਸਿਵ ਦਾ ਜਿਹੜਾ ਮੀਨਿੰਗ ਹੁੰਦਾ ਉਹ ਹੈਗਾ ਬਿਗ ਅਤੇ ਇਨਕਲੋਜ਼ਡ ਦਾ ਮੀਨਿੰਗ ਹੈਗਾ ਸਰਾਊਂਡਡ। ਉਸ ਤੋਂ ਬਾਅਦ ਐਫ ਆ ਜਾਂਦਾ ਫਿਲ ਇਨ ਦਾ ਬਲੈਂਕਸ ਵਿਦ ਸੁਈਟੇਬਲ ਬਰਡਸ ਮੈਸਿਵ ਸਟੰਡਡ ਫ੍ਰੀਸ਼ੀਅਸ ਕੋਲੈਪਸ। ਉਸ ਤੋਂ ਅੱਗੇ ਫਸਟ ਹੈਗਾ ਹੀ ਹੈਡ ਡੈਸ਼ ਹਾਰਟ ਅਟੈਕ। ਇਸ ਦਾ ਹੈਗਾ ਮੈਸਿਵ ਹਾਰਟ ਅਟੈਕ। ਬੀ ਆ ਜਾਂਦਾ ਦਾ ਆਈਜ਼ ਆਫ ਦਾ ਟਾਈਗਰ ਆਰ ਵੈਰੀ ਫ੍ਰੀਸ਼ੀਅਸ। ਥਰਡ ਹੈਗਾ ਦਾ ਬਿਲਡਿੰਗ ਕੋਲੈਪਸਡ ਇਨ ਹੈਵੀ ਰੇਨਜ਼। ਪਾਰਟ ਬੀ ਆ ਜਾਂਦਾ ਅੱਗੇ ਰਾਈਟਿੰਗ ਸਕਿੱਲਸ ਗ੍ਰਾਮਰ ਅਤੇ ਟਰਾਂਸਲੇਸ਼ਨ ਦਾ 16 ਮਾਰਕਸ ਦੀ ਜਿਹੜੀ ਆਊਗੀ। ਲੈਟਰ ਅਤੇ ਐਪਲੀਕੇਸ਼ਨ ਆਪਾਂ ਵੀਡੀਓ ਵਿੱਚ ਨਹੀਂ ਦੱਸਾਂਗੇ, ਇਸ ਕਰਕੇ ਵੀਡੀਓ ਜਿਹੜੀ ਹੈ ਨਾ ਬਹੁਤ ਜ਼ਿਆਦਾ ਲੰਬੀ ਹੋ ਜੂਗੀ ਅਤੇ ਇਹ ਜਿਹੜੀਆਂ ਆਪਾਂ ਟੈਲੀਗ੍ਰਾਮ ਚੈਨਲ 'ਤੇ ਜਿਹੜੀਆਂ ਪ੍ਰੋਵਾਈਡ ਕਰਾ ਦੇਵਾਂਗੇ। ਉਸ ਤੋਂ ਅੱਗੇ ਆ ਜਾਂਦੀ ਆਪਣੀ ਟਰਾਂਸਲੇਸ਼ਨ ਫਰੋਮ ਇੰਗਲਿਸ਼ ਟੂ ਪੰਜਾਬੀ। ਦੋ ਜਿਹੜੀਆਂ ਕਰਨੀਆਂ ਨੇ 2 ਅੰਕਾਂ ਦੀ। ਫਸਟ ਹੈਗੀ ਆ ਓਬੇ ਯੂਅਰ ਪੇਰੈਂਟਸ। ਆਨਸਰ ਹੈਗਾ ਆਪਣੇ ਮਾਪਿਆਂ ਦੀ ਗੱਲ ਮੰਨੋ। ਸੈਕਿੰਡ ਹੈਗਾ ਹੀ ਵਾਜ਼ ਮੇਕਿੰਗ ਫਨ ਆਫ ਮੀ। ਉਹ ਮੇਰਾ ਮਜ਼ਾਕ ਉਡਾ ਰਿਹਾ ਸੀ। ਥਰਡ ਹੈਗਾ ਡੂ ਯੂ ਨੋ ਹਿਮ। ਇਸ ਦਾ ਹੈਗਾ ਕੀ ਤੁਸੀਂ ਉਸ ਨੂੰ ਜਾਣਦੇ ਹੋ। ਉਸ ਤੋਂ ਬਾਅਦ ਆ ਜਾਂਦੀ ਹੈ ਆਪਣੀ ਬੀਚ ਟਰਾਂਸਲੇਸ਼ਨ ਫਰੋਮ ਪੰਜਾਬੀ ਟੂ ਇੰਗਲਿਸ਼। ਇਹ ਵੀ ਜਿਹੜੀ 2 ਆਪਾਂ ਕਰਨੀਆਂ ਨੇ। ਵਿਦਿਆਰਥੀ ਹਰ ਰੋਜ਼ ਮੈਦਾਨ ਵਿੱਚ ਖੇਡਦੇ ਹਨ। ਸਟੂਡੈਂਟਸ ਪਲੇ ਇਨ ਦਾ ਫੀਲਡ ਐਵਰੀ ਡੇ। ਦੂਜਾ ਹੈਗਾ ਸੱਚ ਕੌੜਾ ਹੁੰਦਾ ਹੈ। ਦਾ ਟਰੁੱਥ ਇਜ਼ ਬਿਟਰ। ਥਰਡ ਹੈਗਾ ਮੈਂ ਇੱਕ ਖਿਡਾਰੀ ਹਾਂ ਆਈ ਐਮ ਅ ਪਲੇਅਰ। ਉਸ ਤੋਂ ਬਾਅਦ ਆ ਜਾਂਦਾ ਅੱਗੇ ਫੋਰਥ 'ਤੇ ਡੂ ਐਜ਼ ਡਾਇਰੈਕਟਡ 7 ਮਾਰਕਸ ਦੇ। ਇਹ ਹੈਗਾ ਹੀ ਸੈਡ ਹੀ ਵੁੱਡ ਹੈਵ ਡੈਸ਼ ਮਿਲਕ ਸੁਈਟੇਬਲ ਡਿਟਰਮੀਨਲ ਜਿਹੜਾ ਯੂਜ਼ ਕਰਨਾ ਇਸ ਦੇ ਵਿੱਚ। ਉਸ ਤੋਂ ਬਾਅਦ ਬੀ ਆ ਜਾਂਦਾ ਹਿਜ਼ ਫਾਦਰ ਇਜ਼ ਡੈਸ਼ MP ਯੂਜ਼ ਸੁਈਟੇਬਲ ਡਿਟਰਮੀਨਲ। ਇਸ 'ਚ ਆਏਗਾ ਜਿਹੜਾ ਐਨ।
थर्ड आ जाता है इंग्लिश इज़ डैश यूनीवर्सल लैंगुएज, इस च आएगा ए यूनीवर्सल लैंगुएज। फोर्थ हैगा देयर आर डैश एनीमल इन द जू, आंसर है इसका मैनी एनीमल इन द जू। उस तो अगे आ जाता फिफ्थ ते आई हैव कम डैश यू, इस च आएगा आई एन जी जोड़ा लग जूगा सी दे नाल। उस तो अगे एफ हैगा वट शी हेट्स मोस्ट इज डैश, समोक दिता होया समोक दे नाल जोड़ा आई एन जी इस च भी ला दिता जाएगा। उस तो अगे जी हैगा अपना ए डैश स्टोन गैथ नो मोस, इस दे विच भी जोड़ा रोल की जगह रोलिंग आंसर अपना आ जाऊगा। पार्ट सी आ जाता। उस तो अगे लिटरेचर टैक्सट बुक 43 अंकां दे। तो पंजवें का ए पार्ट हैगा ऑब्जैक्टिव टाइप क्वेश्चनस। फस्ट हैगा वट वाज हसन स्टडिंग, इसका आंसर जोड़ा अपना हो जाता ऑप्शन नंबर बी ही वाज स्टडिंग मास्टर इन कंप्यूटर एप्लीकेशनस। बी हैगा वेयर डिड फिलिप फाइंड द सैंडविचेस, आंसर हैगा इसका ऑप्शन बी ऑन द टेबल। थर्ड हैगा ए जे क्रोनिन रोट हसनस अटेंडेंस प्रोग्राम, ये हैगा फॉल्स, इस हसन अटेंडेंस प्रोग्राम सुधा मूर्ति द्वारा लिखी गई सी। उस तो अगे डी हैगा फिलिप लव्ड टू वर्क एट द बेकरी, इसका जोड़ा हैगा अपना फॉल्स। उस तो बाद ई का जोड़ा अपन आंसर नहीं लभ्या। एफ दे विच हैगा वट इज़ लैटरल थिंकिंग, आंसर हैगा लैटरल थिंकिंग इज़ क्रिएटिव और नॉन लाइनर थिंकिंग इट इज़ थिंकिंग डिफरेंटली और डूइंग समथिंग डिफरेंट। उस तो अगे जी दे विच आ जाता ऑन सिंग प्लीज इज़ रिटन बाय ए जी गार्डनियर। एच हैगा अपना वट वार द गुड क्वालिटीज़ ऑफ द कंडक्टर, आंसर हैगा द कंडक्टर वाज अ वेरी चीयरफुल एंड गुड नेचर मैन, ही वाज फुल ऑफ पेशेंस एंड नैवर लॉस्ट हिज टैंपर। उस तो बाद बी पंजवें का बी पार्ट आ जाता है। एक प्रश्न हैगा इसका सारों तो पहला मिस बीम इज़ अ डैश, आंसर हैगा इसका ऑप्शन बी ए मिडल एज्ड वूमैन। सैकेंड हैगा हु गेव द इन्फॉर्मेशन डैट द डॉग बिलोंगड टू द जर्नल ब्रदर, आंसर हैगा ऑप्शन ए ओचो। उस तो बाद बी हैगा हु गेव द इन्फॉर्मेशन डैट द डॉग बिलोंगड टू द जर्नल ब्रदर, आंसर हैगा ऑप्शन ए ओचो लव। उस तो बाद सी हैगा बोली रियल नेम वाज डैश, आंसर हैगा सुलेखा। डी हैगा हाउ मैनी सिबलिंग डिड बोली हैव, आंसर हैगा बोली हैड 6 सिबलिंग 3 ब्रदर्स एंड 3 सिस्टर्स। ई दे विच हैगा वट हैपन्स वैन टीचर आस्कड बोली हर नेम, आंसर हैगा बोली कुड नॉट स्पीक वैल शी स्टैमर्ड हर नेम बोबो बोली। उस तो अगे एफ दे विच आ जाता हु वाज चेजिंग द डॉग, आंसर हैगा हराइकन वाज चेजिंग द डॉग। जी दे विच आउंदा विच डे इज़ द मोस्ट डिफिकल्ट डेज फॉर चिल्ड्रन, आंसर दे विच आऊगा ब्लाइंड डेज इज़ अ मोस्ट डिफिकल्ट डे फॉर चिल्ड्रनस। एच हैगा अगे हु डिड मिस बीम लीड द ऑथर टू, आंसर हैगा मिस बीम लीड ऑथर द ऑथर टू द गर्ल वाज आइज बार बैंजेड। उस तो अगे आती अपना जोड़ा स्टैंजा दिता होया फील एट होम कम अगेन दे से वैन आई कम अगेन एंड फील एट होम वंस ट्वाइस देयर विल बी नो थ्राइस फोर दैन आई फाइंड डोर्स सट फॉर मी। क्वेश्चन है ने फस्ट हैगा नेम द पोइम एंड द पोइट, पोइम का नेम हैगा वंस अपॉन अ टाइम एंड पोइट का नेम हैगा गैब्रियल ओकारा। उस तो अगे बी हैगा वेयर इज़ ही बीइंग इनवाइटेड टू, आंसर हैगा इसका द पोइट। थर्ड का जोड़ा आंसर है अपन नहीं लभ्या। फोर्थ हैगा वट इज़ मैंट बाय फील एट होम, आंसर हैगा इट मीनस टू फील कंफर्टेबल। उस तो बाद सैकेंड जोड़ा स्टैंजा अपन दिता गया इस दे प्रश्न हैगे ने नेम द पोइम एंड द पोइट, पोइम जी हैगी प्रेयर्स ऑफ द वुड एंड पोइट हैगा अनोनिमस। बी हैगा नेम द फिगर ऑफ स्पीच यूज्ड इन द लाइन्स द फ्रेंडली शेड स्क्रीनिंग यू फ्रॉम द समर सन, द फिगर ऑफ स्पीच इज पर्सनिफिकेशंस ऑफ अलाइट्रेशन। सी दे विच हैगा हाउ कैन द वुड्स गिव अस हीट एज वेल एज कोल्डनेस, आंसर हैगा द वुड फ्रॉम ट्रीज गिव अस हीट वैन इट इज़ बर्nt इन द फायर प्लेस ऑन कोल्ड विंटर नाइट द लीफ branches of the wood give us cool shade in summer। उस तो बाद डी का जोड़ा ਆਪਾਂ नहीं किया। छेवें दे विच आ जांदा बी दे राइट डाउन द सेंट्रल आइडिया ऑफ एनी वन ऑफ द पोएम गिव्स,
फस्ट पोइम अपनी हैगी आ ऑन फ्रेंडशिप इज़ द सेंट्रल आइडिया हैगा। दिस पोइम टेल्स अस वट रियल फ्रेंडशिप इज़। ही सेज डैट ओनली लव बाइंड्स टू फ्रेंड्स। फ्रेंडशिप शुड बी विदाउट एनी मोटिव। वी गिव लव टू आवर फ्रेंड्स एंड रिसीव लव एंड थैंक्स गिविंग इन रिटर्न। फ्रेंड्स फाइंड जॉय इन स्मॉल थिंग्स। ए ट्रू फ्रेंड इज़ वन विद होम वी कैन शेयर आवर जॉयज एंड सोरोज। सैकेंड पोइम अपनी हैगी है द इकोइंग ग्रीन। आंसर है इसका द इकोइंग द पोइम द इकोइंग ग्रीन इज़ रिटन बाय विलियम ब्लैंक। द पोइम टेल्स अबाउट द 3 stages ऑफ लाइफ। द फर्स्ट स्टेज इज़ चाइल्डहुड, राइजिंग सन, सिंगिंग बर्ड्स, प्लेइंग चिल्ड्रन शेयर द आइडियाज ऑफ चाइल्डहुड प्लेफुलनेस। The second stage is maturity. The old people in the ground remember their past. They feel themselves among playing children's. Sunset, darkness, games, coming to an end, suggest death, the last stage of life. उस तो बाद 7वां प्रश्न आ जाता आंसर द फॉलोइंग क्वेश्चनस एनी 4 in 42 50 वर्ड्स 8 अंकां दे जिहड़े हैगे ने। तो यह है वट वाज नरेटर पार्टिंग एडवाइस टू हसन, इसका आंसर नहीं है अपने को। सैकेंड है वाई वाज हसन नोट नोटिस्ड बाय द टीचर इन द क्लास अकॉर्डिंग टू हसन हु वाज नॉट। आंसर है द टीचर डिड नॉट नोटिस हसन इन द क्लास बिकॉज ही वाज रियली प्रेजेंट। उस तो अगे जो सैकेंड सीगा हसन दे अकॉर्डिंग कौन नर्ड ने, उसका है अकॉर्डिंग टू हसन हार्ड वर्कर वर नर्ड्स। सी है अपना हु डिड मिस्टर एक्सपुटा हेल्प फ्लिप। आंसर है मिस्टर एक्सपुटा वाइफ ऑफ हिज म्यूजिक टीचर गेव क्लीन शर्ट टू फिलिप। डी है हाउ डिड लैटरल थिंकिंग हेल्प मिलीनियर। आंसर है ए मिलीनियर नेम्ड थॉमस टुक ए स्मॉल लोन ऑफ $5,000 फ्रॉम आ पॉपुलर बैंक इन द न्यूयॉर्क सिटी एज ही हैड टू गो आउट फॉर आ फ्यू वीक्स। When the bank asked for a security, Thomas gave them his new Ferrari car as security on the loan. Later, he revealed that he had taken the Smiley from the bank because paying interest of $50 was free cheaper than paying the parking fees for his car for 2 weeks. In this way lateral thinking helped the millennial. उस तो अगे है ई वाई वाज द पैसेंजर हल्ड आउट द लिफ्ट। आंसर है द पैसेंजर वाज हल्ड आउट बाय द लिफ्ट मैन फॉर नॉट सेइंग प्लीज। उस तो बाद 8वां आ जाता आंसर एनी फॉलोइंग क्वेश्चंस एनी 3 in 42 50 वर्ड्स। इस है सैकेंड वाई वाज सुलेखा काल्ड पोली द सिंपलीटन। आंसर है सुलेखा वाज काल्ड बोली द सिंपलीटन बिकॉज शी वाज अ बैकवर्ड चाइल्ड। सी है अपना वट डिड हरैंकन डिस्प्ले टू द क्राउड वट वाज ही हियरिंग। आंसर है इसका हिज ब्लीडिंग फिंगर। डी है हाउ डिड बिशंबर कम टू वेड बोली। आंसर है बिशंबर केम टू वेड बोली with a large marriage party. His friend and relatives were dancing to the tunes of the marriage band. उस तो अगे जिहड़ा अपने कोले हैगा करैक्टर स्कैच, इस दे विचों आपां तुहानूं जॉन फिलिप सोजा दा करावांगे जिक्र। कंडक्टर का करैक्टर स्कैच चाहिए तो टैलीग्राम चैनल में ज्वाइन कर सकते हो। जॉन फिलिप सोजा का जिहड़ा करैक्टर स्कैच हैगा जॉन फिलिप सोजा वाज अ फेमस मजीशियन इन मरीना बैंड ऑफ US आर्मी। His father was also in same profession. Philip wanted to be a magician as a child. He started learning music from Mr. Expata. He was the best violinist there, but his love for baseball made his solo concert a flop show. This failure broke him. He got sad and left music. He tried to be a baker but could not. The bakery work was tiring. His father motivated him to join music again. He joined US Army Band after proper training. He became a famous composer. He composed more than 100 marches in Marina Band. The Washington Post March was his most famous tune. This made him famous as a march king. उस तो अगे 10वां हैगा राइट द थीम ऑफ द लैसन स्कूल फॉर सिंपथी। इसका हैगा थीम The School for Sympathy is written by E.V. Lucas. The lesson is based on the idea that formal education is not enough, it should give something more.
The real aim of Miss Beam new type of school was to make students thoughtful, helpful and sympathetic citizens. Every child in her school had one blind maimed deaf lamb and dump day to have a real experience of misfortune. Other children were advised to help them and lead them out, thus they test the misfortune. As a result, they learn to be a kind towards disabled people. The author was impressed by the organization of Miss Beam's school. Miss Beam is an inspired character for us. ਉਸ ਤੋਂ ਅੱਗੇ 11ਵੇਂ ਤੇ ਹੈਗਾ ਗੁੱਡ ਹੈਂਡ ਰਾਈਟਿੰਗ ਦੇ 5 ਅੰਕ। ਤਾਂ ਹਾਂਜੀ ਦੋਸਤੋ, ਧੰਨਵਾਦ। ਅੱਜ ਦੀ ਵੀਡੀਓ 'ਚ ਇੰਨਾ ਹੀ। ਜੇਕਰ ਕਿਸੇ ਹੋਰ ਜਮਾਤ ਦਾ ਸੈਂਪਲ ਪੇਪਰ ਵਿਦ ਸੋਲਿਊਸ਼ਨ ਚਾਹੀਦਾ ਤਾਂ ਕਮੈਂਟ ਬਾਕਸ ਵਿੱਚ ਦੱਸ ਦੇਣਾ। ਧੰਨਵਾਦ। ਅੱਜ ਦੀ ਵੀਡੀਓ 'ਚ ਇੰਨਾ ਹੀ।